वेलकम इन दी क्लास। ਅੱਜ ਆਪਣਾ ਚੈਪਟਰ 4 ਦਾ ਨੈਕਸਟ ਆਰਟੀਕਲ ਇਲੈਕਟ੍ਰਿਕ ਪੋਟੈਂਸ਼ੀਅਲ ਡਿਊ ਟੂ ਅ ਸਿਸਟਮ ਆਫ ਚਾਰजेस ਕਿ ਹੁਣ ਆਪਣੇ ਕੋਲੇ ਦੋ ਤੋਂ ਜ਼ਿਆਦਾ ਚਾਰजेस ਦਿੱਤੇ ਹੋਣਗੇ ਤਾਂ ਉਹਨਾਂ ਕਰਕੇ ਕਿੰਨਾ ਇਲੈਕਟ੍ਰਿਕ ਪੋਟੈਂਸ਼ੀਅਲ ਉੱਥੇ ਪ੍ਰੋਡਿਊਸ ਹੋ ਰਿਹਾ ਆਪਾਂ ਉਹ ਕੈਲਕੂਲੇਟ ਕਰਾਂਗੇ। ਪਹਿਲਾਂ ਵਾਲੇ ਆਰਟੀਕਲਸ ਦੇ ਵਿੱਚ ਕੀ ਸੀ, ਆਪਣੇ ਕੋਲੇ ਦੋ ਚਾਰजेस ਦਿੱਤੇ ਹੁੰਦੇ ਸੀ, ਤਾਂ ਹੁਣ ਆਪਣੇ ਕੋਲੇ ਕੀ ਨੇ, ਨੰਬਰ ਆਫ ਚਾਰजेस ਦਿੱਤੇ ਹੋਏ ਨੇ, ਦੋ ਤੋਂ ਜ਼ਿਆਦਾ ਨੇ, ਤਾਂ ਉਹ ਆਪਣੇ ਕੋਲੇ ਕਿਹੜੇ ਨੇ, Q1 Q2 Q3 ਅਪ ਟੂ nth ਦਿੱਤੇ ਹੋਏ ਨੇ। ਤਾਂ ਆਪਣੇ ਕੋਲੇ ਕੀ ਹੈ, ਹਰੇਕ ਚਾਰਜ ਦੀ ਆਪਾਂ ਕੀ ਅਜ਼ਿਊਮ ਕਰਦੇ ਹਾਂ ਕਿ P ਪੁਆਇੰਟ ਦੇ ਉੱਪਰ ਜਿਹੜੀ ਇਲੈਕਟ੍ਰਿਕ ਫੀਲਡ ਪ੍ਰੋਡਿਊਸ ਹੋ ਰਹੀ ਆ ਤਾਂ ਉਹਨਾਂ ਦੀ ਡਿਸਟੈਂਸ ਕਿੰਨੀ ਹੋ ਰਹੀ ਹੈ। ਤਾਂ P ਪੁਆਇੰਟ ਤੋਂ Q1 ਦੀ ਡਿਸਟੈਂਸ ਆਪਾਂ ਸਪੋਜ਼ ਕਰਦੇ ਹਾਂ R1 ਅਤੇ Q2 ਤੋਂ ਡਿਸਟੈਂਸ ਹੈਗੀ ਆਪਣੇ ਕੋਲੇ R2, ਤਾਂ ਕੋਰਸਪੋਂਡਿੰਗਲੀ ਆਪਣੇ ਕੋਲੇ Q3 ਦੇ ਲਈ R3, ਇਸੇ ਤਰ੍ਹਾਂ nth ਦੇ ਲਈ Rn। ਤਾਂ ਹੁਣ ਇਹਨਾਂ ਸਾਰਿਆਂ ਚਾਰजेस ਦੇ ਵਿੱਚ ਆਪਾਂ ਕੋਈ ਵੀ ਇੱਕ ਆਇਤ ਚਾਰਜ ਅਜ਼ਿਊਮ ਕਰਕੇ ਚੱਲਦੇ ਹਾਂ ਤਾਂ ਉਸ ਆਇਤ ਚਾਰਜ ਦੀ P ਤੋਂ ਡਿਸਟੈਂਸ ਕਿੰਨੀ ਹੋ ਜੂਗੀ, Ri। ਤਾਂ ਹੁਣ ਆਪਣੇ ਕੋਲੇ ਕੀ ਹੈ, ਜੇ ਇਲੈਕਟ੍ਰਿਕ ਪੋਟੈਂਸ਼ੀਅਲ ਆਪਾਂ ਇਹਨਾਂ ਸਾਰੇ ਚਾਰजेस ਦੇ ਕਰਕੇ ਕੈਲਕੂਲੇਟ ਕਰਨਾ ਚਾਹੁੰਦੇ ਆ ਤਾਂ ਆਪਾਂ ਨੂੰ ਕੀ ਆ, ਕੱਲੇ ਚਾਰਜ ਨੇ ਕਿੰਨਾ ਇਲੈਕਟ੍ਰਿਕ ਪੋਟੈਂਸ਼ੀਅਲ ਪ੍ਰੋਡਿਊਸ ਕੀਤਾ ਉਹ ਸਾਰਾ ਪਹਿਲਾਂ ਫਾਈਂਡ ਕਰਾਂਗੇ ਤੇ ਉਸ ਤੋਂ ਬਾਅਦ ਉਹਨਾਂ ਦਾ ਕੀ ਸਮ ਕਰਾਂਗੇ ਆਪਾਂ। ਤਾਂ ਹੁਣ ਆਪਣੇ ਕੋਲੇ ਕੀ ਆ, ਇਲੈਕਟ੍ਰਿਕ ਪੋਟੈਂਸ਼ੀਅਲ ਦੀ ਵੈਲਿਊ ਆਪਾਂ ਨੂੰ ਪਤਾ ਕਿ ਕਿੰਨੀ ਹੁੰਦੀ ਹੈ, 1/4πε0 Q/R। ਜੇ ਹੁਣ ਆਪਣੇ ਕੋਲੇ Q1 ਚਾਰਜ ਦਿੱਤਾ ਹੋਇਆ ਤਾਂ ਉਹਦੇ ਲਈ ਆਪਣੇ ਕੋਲੇ ਵੈਲਿਊ ਕਿੰਨੀ ਆ ਜੂਗੀ, V1 ਇਜ਼ ਇਕੁਅਲ ਟੂ 1/4πε0 Q1/R1, ਕਿਉਂਕਿ R1 ਆਪਣੇ ਕੋਲੇ ਕੀ ਸੀ, P ਤੋਂ Q1 ਤੱਕ ਦੀ ਡਿਸਟੈਂਸ। ਇਸੇ ਤਰ੍ਹਾਂ V2 ਉਹ ਵੈਲਿਊ ਕਿੰਨੀ ਹੋ ਜੂਗੀ, 1/4πε0 Q2/R2। ਸਿਮਿਲਰਲੀ V3 V4 ਅਪ ਟੂ Vn। ਹੁਣ ਟੋਟਲ ਇਲੈਕਟ੍ਰਿਕ ਪੋਟੈਂਸ਼ੀਅਲ ਆਪਾਂ ਫਾਈਂਡ ਕਰਨਾ, ਮਤਲਬ ਸਾਰੀਆਂ ਨੂੰ ਆਪਾਂ ਜਿੰਨੀਆਂ ਵੈਲਿਊਜ਼ ਕੈਲਕੂਲੇਟ ਕੀਤੀਆਂ ਸੀ ਉਹਨਾਂ ਨੂੰ ਪਲੱਸ ਕਰਨਾ। ਤਾਂ ਪਲੱਸ ਕਰਨ ਦੇ ਵਿੱਚ ਆਪਣੇ ਕੋਲ ਕੀ ਜਿਹੜੀਆਂ ਟਰਮਸ ਕੌਨਸਟੈਂਟ ਹੈਗੀਆਂ ਨੇ ਰਿਪੀਟ ਹੋ ਰਹੀਆਂ ਨੇ ਵਾਰ-ਵਾਰ, 1/4πε ਸਭ ਦੇ ਵਿੱਚ ਕਾਮਨ ਆ ਤਾਂ ਉਹ ਕੀ ਆਪਾਂ ਇੱਕ ਵਾਰੀ ਲਿਖ ਲਵਾਂਗੇ। ਤਾਂ ਬ੍ਰੈਕਟ ਦੇ ਵਿੱਚ ਕੀ ਆ ਜਾਊਗਾ, Q1/R1 ਪਲੱਸ Q2/R2 ਪਲੱਸ Q3/R3 ਅਪ ਟੂ nth ਚਾਰਜ ਤੱਕ। ਤਾਂ ਹੁਣ ਸਾਰਿਆਂ ਦੇ ਵਿੱਚ ਕੀ ਆਪਾਂ ਸਮ ਕਰ ਰਹੇ ਹਾਂ, ਐਡੀਸ਼ਨ ਹੋ ਰਹੀ ਹੈ, ਤਾਂ ਆਪਾਂ ਉਹਨਾਂ ਨੂੰ ਸਮੇਸ਼ਨ ਦੀ ਫਾਰਮ 'ਚ ਲਿਖਾਂਗੇ। ਤਾਂ ਸਮੇਸ਼ਨ ਦੇ ਵਿੱਚ ਆਪਣੇ ਕੋਲੇ ਕੀ ਆ, ਆਈ ਦੀ ਵੈਲਿਊ ਕਿੱਥੋਂ ਤੋਂ ਕਿੱਥੇ ਤੱਕ ਚੇਂਜ ਹੋ ਰਹੀ ਹੈ, 1 to n। ਤਾਂ Qi/R ਕਿਉਂਕਿ ਆਪਣੇ ਕੋਲੇ ਕੀ ਆ, ਜੇ Q1 ਲਿਖਿਆ ਤਾਂ ਡਿਨੋਮੀਨੇਟਰ 'ਚ ਵੀ R1 ਆ ਰਿਹਾ, ਇਹ ਨਹੀਂ ਹੈਗਾ ਕਿ ਜੇ Q1 ਲਿਖਿਆ ਤਾਂ ਡਿਨੋਮੀਨੇਟਰ 'ਚ R2 ਜਾਂ 3 ਆ ਰਿਹਾ। ਤਾਂ ਇਸੇ ਕਰਕੇ ਆਪਾਂ Q ਦੇ ਨਾਲ ਵੀ I ਲਿਖਾਂਗੇ ਸਬਸਕ੍ਰਿਪਟ ਦੇ ਵਿੱਚ, ਤੇ R ਦੇ ਨਾਲ ਵੀ ਆਪਾਂ I ਹੀ ਡਿਨੋਟ ਕਰਾਂਗੇ। ਹੁਣ ਨੈਕਸਟ ਆਰਟੀਕਲ ਆਪਣੇ ਕੋਲ ਹੈ ਇਲੈਕਟ੍ਰਿਕ ਪੋਟੈਂਸ਼ੀਅਲ ਐਟ ਐਨੀ ਪੁਆਇੰਟ ਡਿਊ ਟੂ ਐਨ ਇਲੈਕਟ੍ਰਿਕ ਡਾਈਪੋਲ। ਤਾਂ ਹੁਣ ਇਹਦੇ ਵਿੱਚ ਕੀ ਆ, ਇਲੈਕਟ੍ਰਿਕ ਡਾਈਪੋਲ ਆਪਾਂ ਨੂੰ ਪਤਾ ਹੈ ਕਿ ਕਿਵੇਂ ਬਣਦਾ ਹੈ, ਕਿ ਇਕੁਅਲ ਐਂਡ ਆਪੋਜ਼ਿਟ ਚਾਰजेस ਹੁੰਦੇ ਨੇ, ਦੋਨੋਂ ਐਂਡਸ ਦੇ ਉੱਪਰ ਪਲੇਸ ਕੀਤੇ, ਤੇ ਦੋਨੋਂ ਚਾਰजेस ਦੇ ਵਿਚਕਾਰ ਡਿਸਟੈਂਸ ਕਿੰਨੀ ਹੁੰਦੀ ਆ, ਹਮੇਸ਼ਾ 2a। ਤਾਂ ਹੁਣ ਜੇ ਆਪਾਂ ਓਰੀਜਨ ਤੋਂ ਦੇਖਦੇ ਹਾਂ ਤਾਂ ਓਰੀਜਨ ਤੋਂ ਇੱਕ ਚਾਰਜ ਦੀ ਡਿਸਟੈਂਸ ਹੋ ਜੂਗੀ a, ਤੇ ਓਰੀਜਨ ਤੋਂ ਦੂਜੇ ਐਂਡ ਦੀ ਡਿਸਟੈਂਸ ਹੋ ਜੂਗੀ a। ਕਿਉਂਕਿ ਜੇ ਹੁਣ ਆਪਾਂ ਮਾਈਨਸ ਕਰਕੇ ਦੇਖੀਏ ਤਾਂ ਉਹ ਨੈਟ ਰਿਜ਼ਲਟ ਆਪਣੇ ਕੋਲੇ ਕਿੰਨਾ ਬਣ ਜੂਗਾ, ਫਿਰ a ਮਾਈਨਸ, ਹੁਣ ਇੱਕ ਆਪਣੇ ਕੋਲੇ ਨੈਗੇਟਿਵ ਚਾਰਜ ਦੇ ਲਈ ਵੈਲਿਊ ਦਿੱਤੀ ਹੋਈ ਹੈ ਤਾਂ ਉਹ ਵੀ ਵੈਲਿਊ ਕਿੰਨੀ ਹੋ ਜੂਗੀ a। ਤਾਂ ਇਸੇ ਕਰਕੇ ਨੈਟ ਰਿਜ਼ਲਟ ਕਿੰਨਾ ਹੋ ਜੂਗਾ ਆਪਣੇ ਕੋਲੇ 2a। ਇਹ ਆਪਣੇ ਕੋਲੇ ਕੀ ਆ ਜੂਗੀ, ਡਿਸਟੈਂਸ ਆ ਦੋਨੋਂ ਚਾਰजेस ਦੇ ਵਿਚਕਾਰ ਦਿੱਤੀ ਹੋਈ। ਤਾਂ ਹੁਣ ਆਪਣੇ ਕੋਲੇ ਦੇਖੋ, ਓਰੀਜਨ ਤੋਂ ਆਪਾਂ ਦੇਖ ਰਹੇ ਹਾਂ ਕਿ a ਤੱਕ ਦੀ ਡਿਸਟੈਂਸ ਦੀਆਂ ਵੈਲਿਊਜ਼ ਤਾਂ ਆਪਾਂ ਲਿਖ ਲਈਆਂ, ਬਟ ਜਿਹੜਾ ਆਪਾਂ ਨੂੰ ਡਾਈਪੋਲ ਦਿੱਤਾ ਹੋਇਆ ਸੀ, ਇਸ ਡਾਈਪੋਲ ਦੇ ਕਰਕੇ ਜਿਹੜੇ ਆਪਣੇ ਕੋਲ ਇਲੈਕਟ੍ਰਿਕ ਪੋਟੈਂਸ਼ੀਅਲ ਜਿਹੜਾ ਆਪਾਂ ਫਾਈਂਡ ਕਰਨਾ, ਉਹ ਕਿੱਥੇ ਆਪਾਂ ਕਹਿ ਰਹੇ ਹਾਂ ਕਿ P ਪੁਆਇੰਟ ਦੇ ਉੱਪਰ ਪ੍ਰੋਡਿਊਸ ਹੋ ਰਿਹਾ, ਤਾਂ ਆਪਾਂ P ਪੁਆਇੰਟ ਦੇ ਉੱਪਰ ਫਾਈਂਡ ਕਰਨੀ ਆ ਵੈਲਿਊ। ਤਾਂ ਓਰੀਜਨ ਤੋਂ P ਦੀ ਵੈਲਿਊ ਜਾਂ P ਤੱਕ ਦੀ ਡਿਸਟੈਂਸ ਆਪਾਂ ਕਿੰਨੀ ਲੈ ਕੇ ਚੱਲੇ ਆ, R। ਤਾਂ ਹੁਣ ਨੈਕਸਟ ਦੇਖੋ ਆਪਣੇ ਕੋਲੇ ਕਿ ਜੇ ਆਪਣੇ ਕੋਲੇ ਚਾਰਜ -Q ਦਿੱਤਾ ਹੋਇਆ, ਇੱਕ ਚਾਰਜ ਦਿੱਤਾ ਹੋਇਆ ਪਲੱਸ Q, ਤਾਂ ਦੋਨਾਂ ਦੇ ਕਾਰਨ ਇਲੈਕਟ੍ਰਿਕ ਪੋਟੈਂਸ਼ੀਅਲ ਜਿਹੜਾ ਪ੍ਰੋਡਿਊਸ ਹੋ ਰਿਹਾ ਉਹ ਆਪਣੇ ਕੋਲੇ ਕਿੰਨਾ ਹੋ ਜੂਗਾ, V1 ਦੀ ਵੈਲਿਊ ਫਿਰ ਕਿੰਨੀ ਹੋ ਜੂਗੀ, 1/4πε0। ਹੁਣ ਚਾਰਜ ਨੈਗੇਟਿਵ ਸੀਗਾ ਤਾਂ -Q/R। ਹੁਣ R ਦੀ ਵੈਲਿਊ ਆਪਣੇ ਕੋਲੇ ਕੀ ਹੋ ਜੂ, ਜਿਹੜੇ ਪੁਆਇੰਟ ਦੇ ਉੱਪਰ ਆਪਣੇ ਕੋਲੇ ਇਲੈਕਟ੍ਰਿਕ ਪੋਟੈਂਸ਼ੀਅਲ ਪ੍ਰੋਡਿਊਸ ਹੋ ਰਿਹਾ ਸੀ ਤੇ ਜਿਹੜੇ ਪੁਆਇੰਟ ਦੇ ਉੱਪਰ ਆਪਾਂ ਚਾਰਜ ਪਲੇਸ ਕੀਤਾ ਹੋਇਆ ਸੀ, ਦੋਨਾਂ ਦੇ ਵਿਚਕਾਰ ਕਿੰਨੀ ਡਿਸਟੈਂਸ ਆ, ਤਾਂ ਆਪਾਂ A ਪੁਆਇੰਟ ਦੇ ਉੱਪਰ -Q ਚਾਰਜ ਦੀ ਗੱਲ ਕਰ ਰਹੇ ਹਾਂ, ਤਾਂ P ਤੋਂ A ਤੱਕ ਦੀ ਡਿਸਟੈਂਸ Q/PA। ਇਸੇ ਤਰ੍ਹਾਂ ਪੋਜ਼ਿਟਿਵ ਚਾਰਜ Q ਦੇ ਲਈ, ਉਹਦੇ ਲਈ ਵੈਲਿਊ ਕਿੰਨੀ ਹੋ ਜੂਗੀ, 1/4πε0 Q/PB। ਤਾਂ ਹੁਣ ਨੈਟ ਰਿਜ਼ਲਟ ਆਪਾਂ ਫਾਈਂਡ ਕਰਨਾ, ਤਾਂ ਹੁਣ ਆਪਾਂ ਕੀ ਕਰਾਂਗੇ, ਦੋਨਾਂ ਨੂੰ ਐਡੀਸ਼ਨ ਕਰਾਂਗੇ, ਸਮ ਕਰਕੇ ਆਪਾਂ ਇਲੈਕਟ੍ਰਿਕ ਪੋਟੈਂਸ਼ੀਅਲ ਫਾਈਂਡ ਕਰਾਂਗੇ ਕਿ ਨੈਟ ਪੋਟੈਂਸ਼ੀਅਲ ਕਿੰਨਾ ਪ੍ਰੋਡਿਊਸ ਹੋ ਰਿਹਾ। ਤਾਂ -1/4πε0 Q/PA ਪਲੱਸ 1/4πε0 Q/PB। ਦੋਨਾਂ ਦੇ ਵਿੱਚ ਫਿਰ ਕੀ ਕਾਮਨ ਆ, 1/4πε0 Q। ਤਾਂ ਹੁਣ ਆਪਣੇ ਕੋਲ ਇੱਕ ਟਰਮ ਮਾਈਨਸ ਦੀ ਆ, ਇੱਕ ਪਲੱਸ ਦੀ ਆ, ਤਾਂ ਆਪਾਂ ਪਲੱਸ ਵਾਲੀ ਟਰਮ ਅੱਗੇ ਲਿਖ ਲਈ, 1/PB ਮਾਈਨਸ 1/PA। ਹੁਣ ਇਹ ਵੈਲਿਊਜ਼ ਫਾਈਂਡ ਕਰਨ ਦੇ ਲਈ ਆਪਾਂ ਕੀ ਕਰਾਂਗੇ, ਅੱਗੇ ਕੰਸਟਰਕਟ ਕਰਾਂਗੇ ਕਿ ਜਿਹੜੀ P ਤੋਂ O ਤੱਕ ਵਾਲੀ ਲਾਈਨ ਸੀ ਉਹਨੂੰ ਬੈਕਵਰਡ ਡਾਇਰੈਕਸ਼ਨ 'ਚ ਐਕਸਟੈਂਡ ਕੀਤਾ,
ए पॉइंट तो ਆਪਾਂ ਇੱਕ ਪਰਪੈਂਡੀਕੂਲਰ ਡਰਾ ਕਰਤਾ। ਤਾਂ ਹੁਣ ਆਪਣੇ ਕੋਲੇ ਕੀ ਹੋ ਜਾਊਗਾ, ਓਰੀਜਨ ਦੇ ਨਾਲ ਫਿਰ ਇੱਥੇ ਐਂਗਲ ਬਣੂਗਾ ਥੀਟਾ। ਹੁਣ ਨੈਕਸਟ ਫਿਰ ਕੀ ਕਰਨਾ, ਆਪਾਂ ਬੀ ਤੋਂ ਇੱਕ ਪਰਪੈਂਡੀਕੂਲਰ ਡਰਾ ਕੀਤਾ ਤਾਂ ਉਹ ਕਿੱਥੇ ਜਾ ਕੇ ਮੀਟ ਕਰ ਰਿਹਾ ਹੈ, ਓ ਪੀ ਨੂੰ ਐਨ ਪੁਆਇੰਟ ਦੇ ਉੱਪਰ। ਤਾਂ ਇਹ ਦੋਨੋਂ ਆਪਣੇ ਕੋਲੇ ਕੀ ਐਂਗਲਸ ਹੋ ਗਏ, ਵਰਟੀਕਲੀ ਆਪੋਜ਼ਿਟ ਐਂਗਲ। ਤਾਂ ਹੁਣ ਨੈਕਸਟ ਆਪਣੇ ਕੋਲੇ ਕੀ ਹੋ ਜਾਊਗਾ ਕਿ ਇਸ ਲਾਈਨ ਦੇ ਉੱਪਰ ਦੋਨੋਂ ਐਂਗਲਸ ਬਣ ਰਹੇ, ਮਤਲਬ ਇਹ ਆਪਣੇ ਕੋਲੇ ਕੀ ਆ, ਬੇਸ। ਇੱਧਰ ਆਪਣੇ ਕੋਲੇ ਬੇਸ ਆ ਵਾਲਾ ਹੋ ਜਾਊਗਾ। ਹੁਣ ਇਹ ਕੀ ਹੋ ਜਾਊਗਾ, ਪਰਪੈਂਡੀਕੂਲਰ ਤੇ ਇੱਧਰ ਹਾਈਪੋਟੇਨਿਊਸ। ਆਪਾਂ ਨੂੰ ਵੈਲਿਊਜ਼ ਕਿਹਦੀਆਂ ਚਾਹੀਦੀਆਂ ਨੇ, ਪੀ ਬੀ ਤੇ ਬੀ ਏ ਦੀਆਂ। ਤਾਂ ਹੁਣ ਆਪਣੇ ਕੋਲੇ ਕੀ ਹੈ ਨੈਕਸਟ ਤੇ ਦੇਖੋ ਕਿ ਪੀ ਬੀ ਤੇ ਪੀ ਏ ਨੂੰ ਆਪਾਂ ਕਿਵੇਂ ਫਾਈਂਡ ਕਰ ਸਕਦੇ ਹਾਂ। ਆਪਾਂ ਰਾਈਟ ਐਂਗਲ ਟਰਾਇੰਗਲ ਲਵਾਂਗੇ ਪਹਿਲਾਂ, ਏ ਐਮ ਓ। ਹੁਣ ਇਸ ਏ ਐਮ ਓ ਦੇ ਵਿੱਚ ਆਪਾਂ ਨੂੰ ਕੀ ਕਿਹੜੀਆਂ ਵੈਲਿਊਜ਼ ਨੋਨ ਆ। ਇੱਕ ਤਾਂ ਆਪਾਂ ਨੂੰ ਕੀ ਆ ਇਹਦੇ ਵਿੱਚੋਂ ਨੋਨ ਕੀ ਹੋ ਜਾਊਗਾ, ਆਪਣੇ ਕੋਲੇ ਇੱਕ ਵੈਲਿਊ ਆਪਣੇ ਕੋਲੇ ਹੈਗੀ ਆ ਓ ਏ ਦੀ, ਕਿਉਂਕਿ ਇਹ ਆਪਣੇ ਕੋਲੇ ਕੀ ਸੀ, ਓਰੀਜਨ ਤੋਂ ਚਾਰਜ ਤੱਕ ਦੀ ਡਿਸਟੈਂਸ, ਉਹ ਕਿੰਨੀ ਆ ਆਪਣੇ ਕੋਲੇ ਏ। ਓ ਐਮ ਆਪਾਂ ਨੂੰ ਪਤਾ ਨਹੀਂ ਹੈਗੀ। ਤਾਂ ਹੁਣ ਨੈਕਸਟ ਦੇਖੋ ਆਪਣੇ ਕੋਲੇ ਜਿਹੜੀ ਵੈਲਿਊ ਨੋਨ ਆ ਉਹ ਆਪਾਂ ਕੀ ਡਿਨੋਮੀਨੇਟਰ 'ਚ ਲਿਖ ਲੈਂਦੇ ਹਾਂ। ਤਾਂ ਓ ਐਮ ਅਪੋਨ ਓ ਏ, ਇਹ ਰਿਲੇਸ਼ਨ ਆਪਣੇ ਕੋਲੇ ਕਿਹਦਾ ਹੋ ਗਿਆ, ਕੌਸ ਦਾ। ਤਾਂ ਕੌਸ ਥੀਟਾ ਦੀ ਵੈਲਿਊ ਫਿਰ ਆਪਣੇ ਕੋਲੇ ਕਿੰਨੀ ਹੋ ਜੂਗੀ ਇੱਥੋਂ, ਓ ਐਮ ਅਪੋਨ ਓ ਏ, ਬਟ ਓ ਏ ਦੀ ਵੈਲਿਊ ਕਿਹਦੇ ਇਕੁਅਲ ਸੀਗੀ, ਏ ਦੀ। ਤਾਂ ਓ ਐਮ ਦਾ ਕਿਹਦੇ ਇਕੁਅਲ ਹੋ ਜੂਗਾ, ਏ ਕੌਸ ਥੀਟਾ। ਹੁਣ ਆਪਣੇ ਕੋਲੇ ਕੀ ਆ, ਆਪਾਂ ਜ਼ੂਮ ਕਰਕੇ ਚੱਲੇ ਹਾਂ ਕਿ ਜਿਹੜੀ ਡਾਈਪੋਲ ਦੀ ਲੈਂਥ ਆ ਉਹ ਬਹੁਤ ਜ਼ਿਆਦਾ ਛੋਟੀ ਆ ਐਜ਼ ਕੰਪੇਅਰ ਟੂ ਆਰ, ਮਤਲਬ ਆਰ ਵੈਰੀ ਮੱਚ ਗ੍ਰੇਟਰ ਦੈਨ ਏ। ਤਾਂ ਹੁਣ ਇਸੇ ਕਰਕੇ ਆਪਣੇ ਕੋਲੇ ਕੀ ਹੈ, ਜਿਹੜੀ ਇੱਥੇ ਵੈਲਿਊਜ਼ ਆ ਰਹੀਆਂ ਨੇ ਪੀ ਓ, ਤਾਂ ਹੁਣ ਉਹ ਆਪਾਂ ਕਿਵੇਂ ਕਰ ਸਕਦੇ ਹਾਂ ਕਿ ਜਿਹੜੀ ਪੀ ਏ ਦੀ ਵੈਲਿਊ ਸੀ ਉਹ ਅਪਰੋਕਸੀਮੇਟਲੀ ਕਿਹਦੇ ਇਕੁਅਲ ਹੋ ਜੂਗੀ, ਪੀ ਐਮ ਦੀ। ਆਹ ਸਾਰੀ ਲਾਈਨ ਦੇ ਕਿਉਂ ਇਕੁਅਲ ਹੋ ਗਈ, ਕਿਉਂਕਿ ਆਪਾਂ ਕਿਹੜਾ ਕੇਸ ਲੈ ਕੇ ਚੱਲੇ ਸੀਗੇ ਕਿ ਜਿਹੜੀ ਡਾਈਪੋਲ ਦੀ ਲੈਂਥ ਆ ਉਹ ਬਹੁਤ ਜ਼ਿਆਦਾ ਛੋਟੀ ਹੈ ਐਜ਼ ਕੰਪੈਰੀਜ਼ਨ, ਜੇ ਆਪਾਂ ਨੂੰ ਕੰਪੇਅਰ ਕਰੀਏ ਆਰ ਦੇ ਨਾਲ। ਤਾਂ ਹੁਣ ਪੀ ਐਮ ਨੂੰ ਆਪਾਂ ਅਪਰੋਕਸੀਮੇਟਲੀ ਇਕੁਅਲ ਲਿਖਾਂਗੇ ਪੀ ਏ ਦੇ। ਪੀ ਐਮ ਨੂੰ ਆਪਾਂ ਕਿਹਦੇ ਇਕੁਅਲ ਲਿਖ ਸਕਦੇ ਹਾਂ, ਪੀ ਓ ਪਲੱਸ ਓ ਐਮ, ਕਿਉਂਕਿ ਦੋ ਪਾਰਟਸ ਦੇ ਵਿੱਚ ਇੱਥੇ ਡਿਵੀਜ਼ਨ ਹੋ ਰਹੀ ਆ। ਤਾਂ ਪੀ ਓ ਦੀ ਵੈਲਿਊ ਆਪਣੇ ਕੋਲੇ ਫਿਰ ਕਿੰਨੀ ਦਿੱਤੀ ਹੋਈ ਆ, ਆਰ। ਓ ਐਮ ਦੀ ਵੈਲਿਊ ਆਪਾਂ ਕਿੰਨੀ ਲੈ ਲਈ ਇੱਥੋਂ, ਜਿਹੜੀ ਆਪਾਂ ਫਾਈਂਡ ਕੀਤੀ ਸੀਗੀ, ਏ ਕੌਸ ਥੀਟਾ। ਤਾਂ ਦੋਨੋਂ ਪਲੱਸ ਦੇ ਵਿੱਚ ਆ ਰਹੀਆਂ, ਤਾਂ ਨੈਟ ਰਿਜ਼ਲਟ ਕੀ ਹੋ ਜਾਊਗਾ, ਆਰ ਪਲੱਸ ਏ ਕੌਸ ਥੀਟਾ। ਇਸੇ ਤਰ੍ਹਾਂ ਪੀ ਬੀ ਅਪਰੋਕਸੀਮੇਟਲੀ ਕਿਹਦੇ ਇਕੁਅਲ ਹੋ ਗਿਆ, ਪੀ ਐਨ ਦੀ। ਤਾਂ ਹੁਣ ਆਪਣੇ ਕੋਲੇ ਕੀ ਹੋ ਜੂਗੀ ਵੈਲਿਊ, ਫਿਰ ਪੀ ਐਨ ਦੀ ਵੈਲਿਊ ਜੇ ਫਾਈਂਡ ਕਰਨੀ ਆ ਕਿ ਪੀ ਓ ਦੇ ਵਿੱਚੋਂ ਆਪਾਂ ਓ ਐਨ ਨੂੰ ਮਾਈਨਸ ਕਰ ਦੇਵਾਂਗੇ। ਤਾਂ ਓ ਐਨ ਵੀ ਕਿਹਦੇ ਇਕੁਅਲ ਆ ਰਿਹਾ ਹੈ, ਏ ਕੌਸ ਥੀਟਾ ਦੇ। ਅਪਰੋਕਸੀਮੇਟਲੀ ਇਕੁਅਲਸ ਵੈਲਿਊਜ਼ ਨੇ। ਤਾਂ ਪੀ ਬੀ ਕਿਹਦੇ ਇਕੁਅਲ ਹੋ ਜਾਊਗਾ, ਫਿਰ ਆਰ ਮਾਈਨਸ ਏ ਕੌਸ ਥੀਟਾ। ਹੁਣ ਇਹ ਵੈਲਿਊਜ਼ ਇੱਥੇ ਪੁੱਟ ਕਰ ਦਿਓ। ਹੁਣ ਐਲਸੀਐਮ ਦੇ ਵਿੱਚ ਕੀ ਆ ਜਾਊਗਾ, ਫਿਰ ਡਿਨੋਮੀਨੇਟਰ 'ਚ ਆਰ ਮਾਈਨਸ ਏ ਕੌਸ ਥੀਟਾ, ਆਰ ਪਲੱਸ ਏ ਕੌਸ ਥੀਟਾ। ਤਾਂ ਇੱਥੇ ਫਿਰ ਕਿਹੜਾ ਫਾਰਮੂਲਾ ਲੱਗ ਗਿਆ, ਏ ਪਲੱਸ ਬੀ ਇੰਟੂ ਏ ਮਾਈਨਸ ਬੀ। ਇਹ ਕਿਹਦੇ ਇਕੁਅਲ ਹੋ ਜਾਊਗਾ, ਏ ਸਕੇਅਰ ਮਾਈਨਸ ਬੀ ਸਕੇਅਰ। ਤਾਂ ਹੁਣ ਆਰ ਸਕੇਅਰ ਮਾਈਨਸ ਏ ਸਕੇਅਰ ਕੌਸ ਸਕੇਅਰ ਥੀਟਾ। ਤਾਂ ਆਪਣੇ ਕੋਲ ਨਿਊਮੀਰੇਟਰ 'ਚ ਫਿਰ ਕੀ ਬਣ ਜਾਊਗਾ, ਆਰ ਪਲੱਸ ਏ ਕੌਸ ਥੀਟਾ ਮਾਈਨਸ ਆਰ ਪਲੱਸ ਏ ਕੌਸ ਥੀਟਾ। ਤਾਂ ਆਰ ਦੇ ਨਾਲ ਆਰ ਕੱਟ ਹੋ ਗਿਆ, ਤਾਂ ਕੀ ਰਹਿ ਗਿਆ, 2a ਕੌਸ ਥੀਟਾ ਅਪੋਨ ਆਰ ਸਕੇਅਰ ਮਾਈਨਸ ਏ ਸਕੇਅਰ ਕੌਸ ਸਕੇਅਰ ਥੀਟਾ। ਬਟ ਆਪਣੇ ਕੋਲੇ ਕੀ ਆ, ਆਪਾਂ ਨੂੰ ਪਤਾ ਕਿ ਡਾਈਪੋਲ ਮੂਵਮੈਂਟ ਕਿਹਦੇ ਇਕੁਅਲ ਹੁੰਦੀ ਹੈ, ਦੋਨਾਂ ਚਾਰਜਸ ਦੇ ਵਿੱਚੋਂ ਕੋਈ ਵੀ ਇੱਕ ਚਾਰਜ ਤੇ ਜਿਹੜੀ ਡਾਈਪੋਲ ਦੀ ਲੈਂਥ ਹੋਊਗੀ ਉਹਦੇ ਨਾਲ ਮਲਟੀਪਲਾਈ q ਇੰਟੂ 2a। ਤਾਂ ਇੱਥੇ ਵੀ ਆਪਣੇ ਕੋਲ ਕੀ ਬਣ ਰਿਹਾ, 2a ਇੰਟੂ q। ਤਾਂ ਉਹਨੂੰ ਕੀ ਪੁੱਟ ਕਰ ਦੇਵਾਂਗੇ ਆਪਾਂ, p। ਤਾਂ ਫਿਰ ਇਕੁਏਸ਼ਨ ਕੀ ਬਣ ਗਈ, 1/4πε0 p cos ਥੀਟਾ ਅਪੋਨ ਆਰ ਸਕੇਅਰ ਮਾਈਨਸ ਏ ਸਕੇਅਰ ਕੌਸ ਸਕੇਅਰ ਥੀਟਾ। ਹੁਣ ਨੈਕਸਟ ਆਪਣੇ ਕੋਲੇ ਕੀ ਆ, ਆਪਾਂ ਸਪੈਸ਼ਲ ਕੇਸ ਦੇਖਾਂਗੇ ਕਿ ਜਿਹੜਾ ਪੀ ਪੁਆਇੰਟ ਆ ਜੇ ਉਹ ਐਕਸੀਅਲ ਲਾਈਨ ਦੇ ਉੱਪਰ ਲਾਈ ਕਰਦਾ ਹੋਵੇ, ਮਤਲਬ ਸੇਮ ਐਕਸਿਸ ਦੇ ਉੱਪਰ ਹੋਵੇ, ਤਾਂ ਥੀਟਾ ਦੀ ਵੈਲਿਊ ਕਿੰਨੀ ਹੋ ਜੂਗੀ, 0 ਡਿਗਰੀ। ਥੀਟਾ 0 ਹੋ ਗਿਆ ਤਾਂ ਕੌਸ ਕਿੰਨਾ ਹੋ ਜੂਗਾ, cos 0 1। ਤਾਂ ਇਕੁਏਸ਼ਨ ਬਣ ਗਈ 1/4πε0 p ਅਪੋਨ ਆਰ ਸਕੇਅਰ ਮਾਈਨਸ ਏ ਸਕੇਅਰ ਇੰਟੂ ਕੌਸ ਸਕੇਅਰ ਥੀਟਾ। ਬਟ ਜੇ ਇਹ ਇਕੁਏਟੋਰੀਅਲ ਦੇ ਉੱਪਰ ਪੀ ਪੁਆਇੰਟ ਲਾਈ ਕਰਦਾ ਹੋਵੇ ਤਾਂ ਥੀਟਾ ਦੀ ਵੈਲਿਊ ਹੋ ਜਾਣੀ ਹੈ 90 ਡਿਗਰੀ। ਤਾਂ cos 90 ਹੋ ਜਾਂਦਾ ਹੈ 0, p ਦੇ ਨਾਲ ਮਲਟੀਪਲਾਈ ਦੇ ਵਿੱਚ ਤਾਂ ਸਾਰੀ ਇਕੁਏਸ਼ਨ ਕੀ ਬਣ ਜੂਗੀ, 0। ਤਾਂ v ਆਪਣੇ ਕੋਲੇ ਕਿਹਦੇ ਇਕੁਅਲ ਹੋ ਜਾਊਗਾ, 0 ਦੇ। ਹੁਣ ਇਸੇ ਤਰ੍ਹਾਂ ਨੈਕਸਟ ਹੈ ਆਪਣੇ ਕੋਲੇ ਇਲੈਕਟ੍ਰਿਕ ਫੀਲਡ ਐਜ਼ ਗ੍ਰੇਡੀਅੰਟ ਆਫ ਪੋਟੈਂਸ਼ੀਅਲ। ਤਾਂ ਹੁਣ ਇਹਦੇ ਵਿੱਚ ਕੀ ਆਪਣੇ ਕੋਲੇ ਕੋਈ ਵੀ ਪੁਆਇੰਟ ਚਾਰਜ q ਦਿੱਤਾ ਹੋਇਆ ਜਿਹੜਾ ਆਪਾਂ ਓਰੀਜਨ ਦੇ ਉੱਪਰ ਪਲੇਸ ਕੀਤਾ ਹੋਇਆ। ਤਾਂ ਹੁਣ ਆਪਣੇ ਕੋਲੇ ਕੀ ਆ, v ਤੇ v ਪਲੱਸ dv ਇਲੈਕਟ੍ਰੋਸਟੈਟਿਕ ਪੋਟੈਂਸ਼ੀਅਲਸ ਦੀਆਂ ਵੈਲਿਊ ਨੇ ਐਟ ਪੁਆਇੰਟਸ p ਐਂਡ q। ਹੁਣ ਪੋਜ਼ਿਟਿਵ ਚਾਰਜ ਸੀਗਾ ਤਾਂ ਫਿਰ ਇਲੈਕਟ੍ਰਿਕ ਫੀਲਡ ਕਿਵੇਂ ਪ੍ਰੋਡਿਊਸ ਹੋਊਗੀ, ਆਊਟਵਰਡ ਡਾਇਰੈਕਸ਼ਨ ਦੇ ਵਿੱਚ। ਤਾਂ ਉਸੇ ਇਲੈਕਟ੍ਰਿਕ ਫੀਲਡ ਦੇ ਉੱਪਰ ਆਪਾਂ ਕੋਈ ਵੀ p ਤੋਂ q ਇੱਕ ਪੋਰਸ਼ਨ ਲੈ ਰਹੇ ਹਾਂ। ਹੁਣ ਜੇ ਸਾਰੀ ਲੈਂਥ l ਸੀ ਤਾਂ ਐਲੀਮੈਂਟਰੀ ਪੋਰਸ਼ਨ ਦੀ ਲੈਂਥ ਫਿਰ ਕਿੰਨੀ ਹੋ ਜੂਗੀ, dl।
ਤਾਂ ਇਲੈਕਟ੍ਰਿਕ ਫੀਲਡ ਦੇ ਕਾਰਨ ਫੋਰਸ ਕਿੰਨਾ ਉੱਥੇ ਪ੍ਰੋਡਿਊਸ ਹੋਇਆ, ਫੋਰਸ ਕਿੰਨਾ ਐਗਜ਼ਰਟ ਹੋ ਰਿਹਾ ਸੀ, F ਇਜ਼ ਇਕੁਅਲ ਟੂ Q ਨੋਟ ਇੰਟੂ E। ਤਾਂ ਉਹਨੂੰ ਕੰਪਨਸੇਟ ਕਰਨ ਦੇ ਲਈ, ਉਹਨੂੰ ਬੈਲੈਂਸ ਕਰਨ ਦੇ ਲਈ ਐਕਸਟਰਨਲ ਫੋਰਸ ਆਪਾਂ ਕਿੰਨਾ ਲਗਾਵਾਂਗੇ, ਇਕੁਅਲ ਐਂਡ ਆਪੋਜ਼ਿਟ। ਤਾਂ ਉਹਦੀ ਵੈਲਿਊ ਕਿੰਨੀ ਹੋ ਜਾਊਗੀ, F ਇਜ਼ ਇਕੁਅਲ ਟੂ ਮਾਈਨਸ Q ਨੋਟ ਇੰਟੂ E। ਤਾਂ ਹੁਣ ਇਹਦੇ ਵਿੱਚ ਫਿਰ ਵੈਲਿਊਜ਼ ਦੇਖੋ ਆਪਣੇ ਕੋਲ ਕਿੰਨੀਆਂ ਆ ਜਾਣਗੀਆਂ। ਤਾਂ ਓਰੀਜਨ ਤੋਂ P ਤੱਕ ਦੀ ਡਿਸਟੈਂਸ ਆਪਾਂ ਕਿੰਨੀ ਲੈ ਰਹੇ ਹਾਂ, R। ਹੁਣ ਜੇ ਆਪਾਂ P ਤੋਂ O ਦੇ ਵੱਲ ਮੂਵ ਕਰੀ ਜਾਵਾਂਗੇ ਤਾਂ ਡਿਸਟੈਂਸ ਨੇ ਕੀ ਕਰਨਾ, ਡਿਕਰੀਜ਼ ਕਰੀ ਜਾਣਾ। ਹਾਂਜੀ, ਐਲੀਮੈਂਟਰੀ ਪੋਰਸ਼ਨ ਦੀ ਲੈਂਥ ਆਪਾਂ DR ਦੇ ਨਾਲ ਅੱਗੇ ਸ਼ੋਅ ਕਰੀ ਚੱਲੀਏ ਕਿ ਲਗਾਤਾਰ ਡਿਕਰੀਜ਼ ਹੋਈ ਜਾਂਦਾ, ਤਾਂ ਕੁਛ ਨਾ ਕੁਛ ਡਿਕਰੀਜ਼ ਹੋਣ ਦੇ ਕਾਰਨ O ਤੱਕ ਦੀ ਵੈਲਿਊ Q ਤੋਂ ਲੈ ਕੇ O ਤੱਕ ਦੀ ਵੈਲਿਊ ਕਿੰਨੀ ਹੋ ਜੂਗੀ, R ਮਾਈਨਸ DR, ਕਿਉਂਕਿ PQ ਦੀ ਲੈਂਥ ਆਪਣੇ ਕਿੰਨੀ ਅਜ਼ਿਊਮ ਕੀਤੀ ਸੀ, DL। ਤਾਂ ਕੁਛ ਨਾ ਕੁਛ ਕੀ ਹੈ, ਐਲੀਮੈਂਟਰੀ ਪੋਰਸ਼ਨ ਦੀ ਵੈਲਿਊ ਘਟਾਉਣੀ ਪਊਗੀ। ਤਾਂ V ਤੇ V ਪਲੱਸ DV ਆਪਣੇ ਕੋਲ ਕੀ ਆ ਰਹੇ ਨੇ, P ਤੇ Q ਦੇ ਉੱਪਰ ਇਲੈਕਟ੍ਰੋਸਟੈਟਿਕ ਪੋਟੈਂਸ਼ੀਅਲ ਦੇ ਵੈਲਿਊਜ਼ ਨੇ। ਤਾਂ ਹੁਣ ਆਪਣੇ ਕੋਲ ਕੀ ਆ, ਜੇ ਆਪਾਂ ਚਾਰਜ ਨੂੰ ਮੂਵ ਕਰਾ ਰਹੇ ਹਾਂ ਤਾਂ ਆਪਾਂ ਨੂੰ ਕੋਈ ਨਾ ਕੋਈ ਕੰਮ ਕਰਨਾ ਪਊਗਾ। ਤਾਂ ਹੁਣ ਇਸੇ ਕਰਕੇ ਇਲੈਕਟ੍ਰਿਕ ਪੋਟੈਂਸ਼ੀਅਲ ਡਿਫਰੈਂਸ ਕਿਹਦੇ ਇਕੁਅਲ ਸੀਗਾ, ਆਪਾਂ ਪਿੱਛੇ ਕਰਕੇ ਆਂਦਾ ਸੀ VV ਮਾਈਨਸ VA ਇਜ਼ ਇਕੁਅਲ ਟੂ ਵਰਕ ਡਨ ਪਰ ਯੂਨਿਟ ਟੈਸਟ ਚਾਰਜ। ਤਾਂ ਉਹਦੀਆਂ ਵੈਲਿਊਜ਼ ਆਪਾਂ ਇੱਥੇ ਪੁੱਟ ਕਰਾਂਗੇ। ਆਪਾਂ ਲਿਖ ਕੇ ਚੱਲੇ ਸੀਗੇ VB ਮਾਈਨਸ VA ਇਜ਼ ਇਕੁਅਲ ਟੂ WAB ਅਪੋਨ Q ਨੋਟ। ਤਾਂ ਹੁਣ ਆਪਣੇ ਕੋਲ ਕੀ ਹੈ, ਫਿਰ ਪੋਟੈਂਸ਼ੀਅਲ ਦੀਆਂ ਵੈਲਿਊਜ਼ ਪੁੱਟ ਕਰਾਂਗੇ। V ਪਲੱਸ DV ਉਹ ਆਪਣੇ ਕੋਲੇ ਪੋਟੈਂਸ਼ੀਅਲ ਆ ਰਿਹਾ ਸੀ Q ਪੁਆਇੰਟ ਦੇ ਉੱਪਰ, ਤੇ P ਪੁਆਇੰਟ ਦੇ ਉੱਪਰ ਪੋਟੈਂਸ਼ੀਅਲ ਆ ਰਿਹਾ ਸੀ ਆਪਣੇ ਕੋਲੇ V। ਤਾਂ ਵਰਕ ਡਨ ਪਰ ਯੂਨਿਟ ਟੈਸਟ ਚਾਰਜ ਆਪਣੇ ਕੋਲੇ ਕਿੰਨਾ ਸੀਗਾ, Q ਨੋਟ। ਹੁਣ V ਦੇ ਨਾਲ V ਕੈਂਸਲ ਹੋ ਕੇ ਤਾਂ DV ਕਿਹਦੇ ਇਕੁਅਲ ਹੋ ਜਾਊਗਾ, DW ਅਪੋਨ Q ਨੋਟ। ਹੁਣ ਫਿਰ ਐਕਸਟਰਨਲ ਫੋਰਸ ਆਪਾਂ ਜਿਹੜਾ ਅਪਲਾਈ ਕੀਤਾ ਹੋਇਆ ਕਿ ਚਾਰਜ ਨੂੰ ਬਿਨਾਂ ਮੂਵ ਕੀਤੇ, ਤਾਂ ਉਹ ਕਿੰਨਾ ਹੈ, F ਇਜ਼ ਇਕੁਅਲ ਟੂ ਮਾਈਨਸ Q ਨੋਟ E। ਇਹ ਕਿਉਂ ਲਗਾਇਆ, ਇਕੁਅਲ ਐਂਡ ਆਪੋਜ਼ਿਟ ਸੀ, ਕਿਉਂਕਿ ਉੱਥੇ Q ਨੋਟ E ਫੋਰਸ ਐਗਜ਼ਰਟ ਹੋ ਰਿਹਾ ਸੀਗਾ ਜਿਹੜਾ ਆਪਣੇ ਕੋਲੇ ਪੋਜ਼ਿਟਿਵ ਚਾਰਜ ਪਲੇਸ ਕੀਤਾ ਹੋਇਆ ਸੀ। ਹੁਣ ਕੀ ਹੈ, ਜੇ ਆਪਾਂ ਚਾਰਜ ਨੂੰ ਅੱਗੇ ਮੂਵ ਕਰਾ ਰਹੇ ਹਾਂ ਤਾਂ ਚਾਰਜ ਨੂੰ ਆਪਾਂ ਕੀ ਆ, P ਤੋਂ Q ਐਲੀਮੈਂਟਰੀ ਪੋਰਸ਼ਨ ਲਿਆ ਜਿਹਦੇ ਉੱਪਰ ਮੂਵ ਕਰਾਇਆ, ਤਾਂ ਉਸ ਐਲੀਮੈਂਟਰੀ ਪੋਰਸ਼ਨ ਦੀ ਲੈਂਥ ਕਿੰਨੀ ਆ ਰਹੀ ਹੈ ਆਪਣੇ ਕੋਲੇ, DL। ਬਟ ਜੇ ਹੁਣ ਆਪਾਂ ਸਮੋਲ ਅਮਾਊਂਟ ਆਫ ਵਰਕ ਡਨ ਫਾਈਂਡ ਕਰਾਂਗੇ ਇਸ ਐਲੀਮੈਂਟਰੀ ਪੋਰਸ਼ਨ ਦੇ ਲਈ, ਤਾਂ ਉਹ ਕਿਹਦੇ ਇਕੁਅਲ ਹੋ ਜਾਊਗਾ, ਫੋਰਸ ਇਨਟੂ ਡਿਸਟੈਂਸ ਦੇ। ਤਾਂ ਫੋਰਸ ਦੀ ਵੈਲਿਊ ਕਿੰਨੀ ਆ ਰਹੀ ਹੈ ਆਪਣੇ ਕੋਲੇ, ਮਾਈਨਸ Q ਨੋਟ E, ਜਿਹੜਾ ਆਪਾਂ ਐਕਸਟਰਨਲ ਫੋਰਸ ਅਪਲਾਈ ਕੀਤਾ ਸੀਗਾ। ਤਾਂ ਹੁਣ ਵੈਲਿਊਜ਼ ਪੁੱਟ ਕਰੋ, F ਦੀ ਵੈਲਿਊ ਕਿੰਨੀ ਹੋਗੀ, ਮਾਈਨਸ Q ਨੋਟ E ਇੰਟੂ DL। ਤਾਂ ਹੁਣ ਡਾਟ ਪ੍ਰੋਡਕਟ ਆ ਉਹ ਕਿਹਦੇ ਇਕੁਅਲ ਹੁੰਦਾ, A ਡਾਟ B ਇਜ਼ ਇਕੁਅਲ ਟੂ AB cos ਥੀਟਾ। ਤਾਂ ਹੁਣ ਆਪਣੇ ਕੋਲੇ ਕੀ ਆ, ਇਲੈਕਟ੍ਰਿਕ ਫੀਲਡ E ਤੇ DL। ਇਲੈਕਟ੍ਰਿਕ ਫੀਲਡ ਇਸ ਡਾਇਰੈਕਸ਼ਨ ਦੇ ਵਿੱਚ, DL ਆਪਣੇ ਕੋਲ ਕੀ ਆ, ਇਸ ਡਾਇਰੈਕਸ਼ਨ 'ਚ ਜਾ ਰਹੀ ਆ। ਆਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਤਾਂ ਥੀਟਾ ਕਿੰਨਾ ਹੋ ਜਾਊਗਾ, 180 ਡਿਗਰੀ। ਬਟ cos 180 ਕਿਹਦੇ ਇਕੁਅਲ ਹੁੰਦਾ ਹੈ, -1। ਤਾਂ ਕੀ ਇਕੁਏਸ਼ਨ ਬਣ ਜੂਗੀ, Q ਨੋਟ E DL। ਤਾਂ ਹੁਣ ਆਪਣੇ ਕੋਲੇ ਕੀ ਸੀਗੀਆਂ ਕਿ DL ਲਗਾਤਾਰ ਡਿਕਰੀਜ਼ ਕਰੀ ਜਾਂਦੀ ਹੈ, ਤਾਂ ਉਹਦੀ ਵੈਲਿਊ ਆਪਾਂ ਕਿਹਦੇ ਨਾਲ ਸ਼ੋਅ ਕਰਾਂਗੇ, ਮਾਈਨਸ DR ਦੇ ਨਾਲ। ਤਾਂ ਇਸ 'ਤੇ ਆਪਾਂ DL ਨੂੰ ਪੁੱਟ ਕਰੋ ਮਾਈਨਸ DR। ਤਾਂ ਇਕੁਏਸ਼ਨ ਬਣ ਗਈ ਮਾਈਨਸ Q ਨੋਟ E ਇੰਟੂ DR। ਫਿਰ ਆਪਾਂ ਨੂੰ ਵੈਲਿਊ ਕਿਹਦੀ ਚਾਹੀਦੀ ਹੁੰਦੀ ਹੈ, ਵਰਕ ਡਨ ਪਰ ਯੂਨਿਟ ਟੈਸਟ ਚਾਰਜ। ਤਾਂ ਉਹ ਕਿਹਦੇ ਇਕੁਅਲ ਹੋ ਗਿਆ, ਮਾਈਨਸ E ਇੰਟੂ DR। ਤਾਂ ਇਹ ਦੋਨੋਂ ਇਕੁਏਸ਼ਨਸ ਨੂੰ 4.32, ਹੁਣ ਆਹ ਫਸਟ ਤੇ ਸੈਕਿੰਡ ਦੋਨੋਂ ਇਕੁਏਸ਼ਨਸ ਨੂੰ ਇਕੁਏਟ ਕਰ ਦਿਓ। ਤਾਂ ਇਕੁਏਟ ਕਰਕੇ ਕੀ ਬਣ ਗਿਆ, DV ਇਜ਼ ਇਕੁਅਲ ਟੂ ਮਾਈਨਸ EDR। E ਨੂੰ ਆਪਾਂ ਕਿਵੇਂ ਲਿਖ ਸਕਦੇ ਹਾਂ, ਮਾਈਨਸ DV ਅਪੋਨ DR। ਮਤਲਬ ਇਲੈਕਟ੍ਰਿਕ ਫੀਲਡ ਕਿਸੇ ਵੀ ਪੁਆਇੰਟ ਦੇ ਉੱਪਰ ਕਿਹਦੇ ਇਕੁਅਲ ਹੋ ਜਾਊਗਾ, ਨੈਗੇਟਿਵ ਗ੍ਰੇਡੀਅੰਟ ਆਫ ਦੀ ਇਲੈਕਟ੍ਰੋਸਟੈਟਿਕ ਪੋਟੈਂਸ਼ੀਅਲ ਐਟ, ਕਿ ਉਸ ਪੁਆਇੰਟ ਦੇ ਉੱਪਰ ਕਿੰਨਾ ਇਲੈਕਟ੍ਰੋਸਟੈਟਿਕ ਪੋਟੈਂਸ਼ੀਅਲ ਸੀ ਉਹਦਾ ਨੈਗੇਟਿਵ ਗ੍ਰੇਡੀਅੰਟ। ਤੇ ਯੂਨਿਟਸ ਆਪਣੇ ਕੋਲ ਕੀ ਹੁੰਦੀਆਂ ਨੇ, ਵੋਲਟ ਪਰ ਮੀਟਰ। ਹੁਣ ਉਸ ਤੋਂ ਬਾਅਦ ਨੈਕਸਟ ਹੈ ਆਪਣੇ ਕੋਲ ਇਕਵੀ ਪੋਟੈਂਸ਼ੀਅਲ ਸਰਫੇਸਿਸ, ਕਿ ਕੋਈ ਵੀ ਸਰਫੇਸ ਜਿਹਦੇ ਹਰੇਕ ਪੁਆਇੰਟ ਦੇ ਉੱਪਰ ਇਲੈਕਟ੍ਰੋਸਟੈਟਿਕ ਪੋਟੈਂਸ਼ੀਅਲ ਦੀਆਂ ਵੈਲਿਊ ਸੇਮ ਹੋਣ, ਆਪਣੇ ਕੋਲ ਕੁਛ ਵੀ ਚੇਂਜ ਨਹੀਂ ਆਉਂਦਾ ਉਹਦੇ ਵਿੱਚ, ਤਾਂ ਉਹ ਸਰਫੇਸ ਆਪਣੇ ਕੋਲ ਕੀ ਹੁੰਦਾ, ਇਕਵੀ ਪੋਟੈਂਸ਼ੀਅਲ ਸਰਫੇਸ। ਤਾਂ ਇਕਵੀ ਪੋਟੈਂਸ਼ੀਅਲ ਸਰਫੇਸ ਦੇ ਵਿੱਚ ਜੇ ਆਪਾਂ ਕਿਸੇ ਵੀ ਇੱਕ ਚਾਰਜ ਨੂੰ ਮੂਵ ਕਰਵਾ ਰਹੇ ਹਾਂ ਇੱਕ ਪੁਆਇੰਟ ਤੋਂ ਦੂਜੇ ਪੁਆਇੰਟ ਤੱਕ, ਤਾਂ ਆਪਾਂ ਨੂੰ ਕੋਈ ਵੀ ਕੰਮ ਨਹੀਂ ਕਰਨਾ ਪੈਂਦਾ। ਇਸੇ ਕਰਕੇ ਆਪਣੇ ਕੋਲ ਕੀ ਆ, ਵਰਕ ਡਨ ਦੀ ਵੈਲਿਊ ਕਿੰਨੀ ਹੋ ਜਾਂਦੀ ਆ, 0। ਤਾਂ ਇਲੈਕਟ੍ਰਿਕ ਫੀਲਡ ਇੱਦਾਂ ਦੇ ਰੀਜਨ ਦੇ ਵਿੱਚ ਜਿਹੜਾ ਵੀ ਹੋਊਗਾ ਆਪਣੇ ਕੋਲ ਪ੍ਰੋਡਿਊਸ ਹੋ ਰਿਹਾ ਹੈ, ਤੇ ਟੈਸਟ ਚਾਰਜ ਜਿਹੜਾ ਆਪਾਂ ਮੂਵ ਕਰਾਇਆ ਸੀ Q ਨੋਟ, ਤਾਂ ਉਹਨਾਂ ਦਾ ਕੀ ਆਪਣੇ ਕੋਲ ਡਾਟ ਪ੍ਰੋਡਕਟ ਕਿੰਨਾ ਹੋ ਜਾਊਗਾ, 0। Q ਨੋਟ E ਡਾਟ DL ਇਜ਼ ਇਕੁਅਲ ਟੂ 0। ਹੁਣ ਟੈਸਟ ਚਾਰਜ ਸੀ, ਜੇ ਆਪਾਂ ਡਿਵੀਜ਼ਨ ਦੇ ਵਿੱਚ ਇੱਧਰ ਲੈ ਕੇ ਗਏ ਤਾਂ ਵੈਲਿਊ ਹੋ ਗਈ 0। E ਡਾਟ DL ਇਜ਼ ਇਕੁਅਲ ਟੂ 0। ਹੁਣ ਡਾਟ ਪ੍ਰੋਡਕਟ 0 ਆ, ਮਤਲਬ ਦੋਨੋਂ ਕੀ ਨੇ, ਇੱਕ ਦੂਜੇ ਦੇ ਪਰਪੈਂਡੀਕੂਲਰ। ਇਸ ਲਈ ਆਪਣੇ ਕੋਲ DL ਹਮੇਸ਼ਾ ਹੀ ਇਕਵੀ ਪੋਟੈਂਸ਼ੀਅਲ ਸਰਫੇਸ ਦੇ ਲਈ ਕਿਵੇਂ ਐਕਟ ਕਰੂਗੀ, ਪਰਪੈਂਡੀਕੂਲਰਲੀ। ਨੈਕਸਟ ਹੈ ਆਪਣੇ ਕੋਲ ਪ੍ਰੋਪਰਟੀਜ਼।
ਕਿ ਜੇ ਆਪਾਂ ਕਿਸੇ ਵੀ ਟੈਸਟ ਚਾਰਜ ਨੂੰ ਇਕੁਈਪੋਟੈਂਸ਼ੀਅਲ ਸਰਫੇਸ ਦੇ ਉੱਪਰ ਮੂਵ ਕਰਵਾਉਂਦੇ ਆ ਤਾਂ ਆਪਾਂ ਨੂੰ ਕੋਈ ਵੀ ਕੰਮ ਨਹੀਂ ਕਰਨਾ ਪੈਂਦਾ। ਹੁਣ ਇਸੇ ਤਰ੍ਹਾਂ ਆਪਣੇ ਕੋਲ ਕੀ ਆ ਡਾਇਗਰਾਮ ਦੇ ਵਿੱਚ ਕੋਈ ਵੀ ਇਕੁਈਪੋਟੈਂਸ਼ੀਅਲ ਸਰਫੇਸ ਦਿੱਤਾ ਹੋਇਆ ਤਾਂ ਆਪਾਂ ਕਿਵੇਂ ਲਿਖਦੇ ਹੁੰਦੇ ਆ ਕਿ ਇਲੈਕਟ੍ਰਿਕ ਪੋਟੈਂਸ਼ੀਅਲ ਕਿਹਦੇ ਇਕੁਅਲ ਹੁੰਦਾ ਹੈ ਵਰਕ ਡਨ ਪਰ ਯੂਨਿਟ ਟੈਸਟ ਚਾਰਜ VB ਮਾਈਨਸ VA ਇਜ਼ ਇਕੁਅਲ ਟੂ WAB ਅਪੋਨ Q0। ਹੁਣ ਆਪਣੇ ਕੋਲ ਕੀ ਆ ਜੇ ਇਕੁਈਪੋਟੈਂਸ਼ੀਅਲ ਸਰਫੇਸ ਦੇ ਉੱਪਰ ਪੁਆਇੰਟਸ ਲਾਈ ਕਰ ਰਹੇ ਨੇ ਤਾਂ ਉਹਨਾਂ ਦੇ ਲਈ ਪੋਟੈਂਸ਼ੀਅਲ ਦੀਆਂ ਵੈਲਿਊ ਸੇਮ ਹੋਣਗੀਆਂ। ਹੁਣ ਜੇ ਪੋਟੈਂਸ਼ੀਅਲ ਸੇਮ ਹੋ ਰਿਹਾ ਤਾਂ ਪੋਟੈਂਸ਼ੀਅਲ ਡਿਫਰੈਂਸ ਤਾਂ ਉਹਨਾਂ ਦੇ ਵਿੱਚ ਰਹਿਣਾ ਹੀ ਨਹੀਂ। VB ਨੂੰ ਤੁਸੀਂ ਚਾਹੇ VA ਪੁੱਟ ਕਰ ਲਓ ਜਾਂ VA ਨੂੰ VB ਪੁੱਟ ਕਰ ਲਓ, ਮਤਲਬ ਸੇਮ ਵੈਲਿਊਜ਼ ਆ ਰਹੀਆਂ ਨੇ ਤਾਂ ਉਹਨਾਂ ਦਾ ਡਿਫਰੈਂਸ ਕਿੰਨਾ ਹੋ ਜਾਊਗਾ 0। ਹੁਣ ਆਹ ਸਾਰੀ ਵੈਲਿਊ 0 ਹੋ ਗਈ ਤਾਂ ਵਰਕ ਡਨ ਪਰ ਯੂਨਿਟ ਟੈਸਟ ਚਾਰਜ ਵੀ ਕਿਹਦੇ ਇਕੁਅਲ ਹੋ ਜਾਊਗਾ 0 ਦੇ। Q0 ਨੂੰ 0 ਨਾਲ ਮਲਟੀਪਲਾਈ ਕੀਤੀ ਤਾਂ 0 ਤਾਂ ਵਰਕ ਡਨ ਕਿੰਨਾ ਹੋ ਗਿਆ 0। ਨੈਕਸਟ ਹੈ ਇਲੈਕਟ੍ਰਿਕ ਫੀਲਡ ਆ ਜਿਹੜੀ ਹਮੇਸ਼ਾ ਹੀ ਇਕੁਈਪੋਟੈਂਸ਼ੀਅਲ ਸਰਫੇਸ ਦੇ ਉੱਪਰ ਰਾਈਟ ਐਂਗਲ ਦੇ ਨਾਲ ਐਕਟ ਕਰਦੀ ਹੈ। ਹੁਣ ਆਪਣੇ ਕੋਲ ਕੀ ਆ ਜੇ ਇਕੁਈਪੋਟੈਂਸ਼ੀਅਲ ਸਰਫੇਸ ਦੇ ਉੱਪਰ ਆਪਾਂ ਟੈਸਟ ਚਾਰਜ ਨੂੰ ਮੂਵ ਕਰਾ ਰਹੇ ਹਾਂ ਤਾਂ ਵਰਕ ਡਨ ਦੀ ਵੈਲਿਊਜ਼ ਕੀ ਹੁੰਦੀਆਂ ਨੇ ਹਮੇਸ਼ਾ ਹੀ ਜ਼ੀਰੋਜ਼। ਹੁਣ ਵਰਕ ਡਨ 0 ਹੋ ਗਿਆ ਤਾਂ ਮਤਲਬ ਟੈਸਟ ਚਾਰਜ ਦੀ ਡਿਸਪਲੇਸਮੈਂਟ ਤੇ ਜਿਹੜਾ ਆਪਾਂ ਫੋਰਸ ਅਪਲਾਈ ਕੀਤਾ ਹੋਇਆ ਸੀ ਉਹ ਇੱਕ ਦੂਜੇ ਦੇ ਹਮੇਸ਼ਾ ਹੀ ਪਰਪੈਂਡੀਕੂਲਰਲੀ ਐਕਟ ਕਰਨਗੇ ਕਿਉਂਕਿ ਵਰਕ ਡਨ ਕਿਹਦੇ ਇਕੁਅਲ ਹੁੰਦਾ ਹੈ ਫੋਰਸ ਇਨਟੂ ਡਿਸਟੈਂਸ। ਵਰਕ ਡਨ ਕਿਹਦੇ ਇਕੁਅਲ ਹੋ ਗਿਆ ਆਪਣੇ ਕੋਲੇ 0 ਦੇ ਤਾਂ ਫੋਰਸ ਇਨਟੂ ਡਿਸਟੈਂਸ ਕਿਹਦੇ ਇਕੁਅਲ ਹੋ ਗਏ 0। ਤਾਂ ਮਤਲਬ ਆਪਣੇ ਕੋਲੇ ਕੀ ਆ ਜੇ ਡਿਸਟੈਂਸ ਨੂੰ ਆਪਾਂ DL ਨਾਲ ਸ਼ੋਅ ਕਰ ਰਹੇ ਹਾਂ ਤਾਂ ਆਪਾਂ ਇੱਥੇ DL ਲਿਖ ਲਵਾਂਗੇ, ਜੇ DS ਨਾਲ ਸ਼ੋਅ ਕੀਤਾ ਤਾਂ DS ਦੇ ਨਾਲ। ਹੁਣ 0 ਹੋ ਗਿਆ ਤਾਂ ਮਤਲਬ ਦੋਨੋਂ ਹੀ ਇੱਕ ਦੂਜੇ ਦੇ ਕਿਵੇਂ ਐਕਟ ਕਰ ਗਏ ਹਮੇਸ਼ਾ ਹੀ ਪਰਪੈਂਡੀਕੂਲਰ। ਤਾਂ ਹੁਣ ਇਸੇ ਕਰਕੇ ਜੇ ਡਿਸਪਲੇਸਮੈਂਟ ਇਕੁਈਪੋਟੈਂਸ਼ੀਅਲ ਸਰਫੇਸ ਦੇ ਅਲੋਂਗ ਆ ਤਾਂ ਫੋਰਸ ਕਿੰਨਾ ਹੋ ਜਾਊਗਾ Q0 E। ਤਾਂ ਇਲੈਕਟ੍ਰਿਕ ਫੀਲਡ ਹਮੇਸ਼ਾ ਹੀ ਕਿਵੇਂ ਹੋਊਗੀ ਰਾਈਟ ਐਂਗਲ ਕਿਹਦੇ ਰਾਈਟ ਐਂਗਲ ਹੋ ਜਾਊਗੀ ਜਿਹੜਾ ਆਪਾਂ ਨੂੰ ਇਕੁਈਪੋਟੈਂਸ਼ੀਅਲ ਸਰਫੇਸ ਦਿੱਤਾ ਹੋਇਆ ਸੀ। ਹੁਣ ਨੈਕਸਟ ਆਪਣੇ ਕੋਲ ਹੈ ਕਿ ਜਿਹੜਾ ਇਕੁਈਪੋਟੈਂਸ਼ੀਅਲ ਸਰਫੇਸ ਆ ਉਹ ਆਪਾਂ ਨੂੰ ਕੀ ਡਿਫਾਈਨ ਕਰਦਾ ਕਿਹਦੇ ਵਿੱਚ ਹੈਲਪ ਕਰਦਾ ਹੈ ਕਿ ਜਿਹੜੇ ਰੀਜਨ ਆਪਾਂ ਨੂੰ ਦਿੱਤੇ ਹੋਏ ਨੇ ਉਹ ਸਟਰੋਂਗ ਫੀਲਡ ਆ ਜਾਂ ਵੀਕ ਫੀਲਡ ਆ। ਹੁਣ ਇਹ ਆਪਾਂ ਆਰਟੀਕਲ ਜਿਹੜਾ ਕੀਤਾ ਹੈ ਗ੍ਰੇਡੀਅੰਟ ਵਾਲਾ ਉਹਦੇ ਵਿੱਚ ਆਪਾਂ ਲਿਖਿਆ ਸੀ A ਇਜ਼ ਇਕੁਅਲ ਟੂ ਮਾਈਨਸ DV ਅਪੋਨ DR। ਤਾਂ ਉੱਥੋਂ DR ਦੀ ਵੈਲਿਊ ਕਿੰਨੀ ਹੋ ਜਾਊਗੀ ਮਾਈਨਸ DV ਅਪੋਨ E। ਹੁਣ ਆਪਣੇ ਕੋਲ ਕੀ ਹੈ ਜੇ ਇਕੁਈਪੋਟੈਂਸ਼ੀਅਲ ਸਰਫੇਸ ਦਿੱਤਾ ਹੋਇਆ ਤਾਂ DV ਨੇ ਤਾਂ ਕਿ ਕੌਨਸਟੈਂਟ ਹੋ ਜਾਣਾ, ਕੋਈ ਵੇਰੀਏਸ਼ਨ ਨਹੀਂ ਹੋਈ। ਤਾਂ DR ਦਾ ਰਿਲੇਸ਼ਨ ਕੀ ਆ ਇਨਵਰਸਲੀ ਡਿਪੈਂਡ ਕਰਦਾ ਇਲੈਕਟ੍ਰਿਕ ਫੀਲਡ ਦੀ। ਮਤਲਬ ਜੇ ਆਪਾਂ ਨੂੰ ਦੋ ਰੀਜਨ ਦਿੱਤੇ ਹੋਏ ਆ ਜਿੱਥੇ ਉਹ ਕੀ ਆ ਇੱਕ ਦੂਜੇ ਬਹੁਤ ਜ਼ਿਆਦਾ ਦੂਰ ਲਾਈ ਕਰਦੇ ਮਤਲਬ DR ਦੀ ਵੈਲਿਊ ਜ਼ਿਆਦਾ ਤਾਂ E ਦੀ ਵੈਲਿਊ ਕੀ ਹੋ ਜੂਗੀ ਡਿਕਰੀਜ਼ ਹੋ ਜੂ ਮਤਲਬ ਉੱਥੇ ਵੀਕ ਫੀਲਡ ਆ। ਬਟ ਜੇ ਇਹੀ ਕਹੀਏ ਆਪਾਂ DR ਦੀ ਵੈਲਿਊ ਘੱਟ ਆ ਮਤਲਬ ਦੋਨੋਂ ਰੀਜਨ ਇੱਕ ਦੂਜੇ ਦੇ ਨੇੜੇ ਲਾਈ ਕਰਦੇ ਨੇ। ਹੁਣ DR ਦੀ ਵੈਲਿਊ ਜੇ ਘੱਟ ਜੂਗੀ ਤਾਂ E ਦੀ ਵੈਲਿਊ ਜ਼ਿਆਦਾ ਹੋ ਜੂ ਮਤਲਬ ਇਲੈਕਟ੍ਰਿਕ ਫੀਲਡ ਉੱਥੇ ਕੀ ਆ ਸਟਰੋਂਗ ਆ। ਤਾਂ ਹੁਣ ਨੈਕਸਟ ਆਪਣੇ ਕੋਲ ਹੈਗੇ ਆ ਕਿ ਇਕੁਈਪੋਟੈਂਸ਼ੀਅਲ ਸਰਫੇਸ ਆਪਾਂ ਨੂੰ ਕੀ ਡਾਇਰੈਕਸ਼ਨ ਦੱਸਦੇ ਆ ਕਿ ਇਲੈਕਟ੍ਰਿਕ ਫੀਲਡ ਕਿਹੜੀ ਡਾਇਰੈਕਸ਼ਨ 'ਚ ਐਕਟ ਕਰ ਰਹੀ ਆ। ਤਾਂ E ਦਾ ਆਪਣੇ ਕੋਲ ਰਿਲੇਸ਼ਨ ਕੀ ਸੀ ਮਾਈਨਸ DV ਅਪੋਨ DR। ਤਾਂ ਨੈਗੇਟਿਵ ਸਾਈਨ ਨੇ ਆਪਾਂ ਨੂੰ ਸ਼ੋਅ ਕੀ ਕਰਨਾ ਹੈ ਕਿ ਜਿਹੜੀ ਇਲੈਕਟ੍ਰਿਕ ਪੋਟੈਂਸ਼ੀਅਲ ਦੇ ਆਪਣੇ ਕੋਲ ਹੈ ਡਿਸਟੈਂਸ ਦੇ ਨਾਲ ਉਹਦੇ ਵਿੱਚ ਵੇਰੀਏਸ਼ਨ ਆ ਰਹੀ ਹੈ। ਤਾਂ ਆਪਣੇ ਕੋਲ ਕੀ ਸੀਗਾ ਕਿ ਇਲੈਕਟ੍ਰਿਕ ਫੀਲਡ ਨੂੰ ਜਿਵੇਂ ਆਪਾਂ ਡਿਸਟੈਂਸ ਦੇ ਨਾਲ ਸ਼ੋਅ ਕੀਤਾ ਹੋਇਆ ਉਸ ਦੀ ਡਾਇਰੈਕਸ਼ਨ ਦੇ ਵਿੱਚ ਆ ਰਿਹਾ। ਤਾਂ ਇਸੇ ਕਰਕੇ ਜਿਹੜੀ ਇਲੈਕਟ੍ਰਿਕ ਫੀਲਡ ਆ ਆਪਣੇ ਕੋਲ ਇਕੁਈਪੋਟੈਂਸ਼ੀਅਲ ਸਰਫੇਸ ਤੋਂ ਉਹ ਕਿਹਦੇ ਜ਼ਿਆਦਾ ਨੇੜੇ ਲਾਈ ਕਰ ਜੂਗੀ ਜਿਹੜੀਆਂ ਉਹ ਤੋਂ ਜ਼ਿਆਦਾ ਦੂਰ ਹੋਣਗੀਆਂ। ਨੈਕਸਟ ਆਪਣੇ ਕੋਲ ਹੈ ਕਿ ਕੋਈ ਵੀ ਦੋ ਇਕੁਈਪੋਟੈਂਸ਼ੀਅਲ ਸਰਫੇਸ ਇੱਕ ਦੂਜੇ ਨੂੰ ਕੱਟ ਨਹੀਂ ਕਰਦੇ। ਹੁਣ ਜੇ ਇੱਕ ਦੂਜੇ ਨੂੰ ਇਕੁਈਪੋਟੈਂਸ਼ੀਅਲ ਸਰਫੇਸ ਕੱਟ ਕਰ ਦੇਣਗੇ ਤਾਂ ਮਤਲਬ ਉੱਥੇ ਆਪਣੇ ਕੋਲੇ ਇਲੈਕਟ੍ਰਿਕ ਪੋਟੈਂਸ਼ੀਅਲ ਦੀਆਂ ਦੋ ਵੈਲਿਊਜ਼ ਹੋਣਗੀਆਂ ਬਟ ਇੱਦਾਂ ਕਦੇ ਵੀ ਪੋਸੀਬਲ ਨਹੀਂ ਹੁੰਦਾ। ਤੇ ਇਸੇ ਕਰਕੇ ਕੀ ਆ ਆਪਣੇ ਕੋਲੇ ਦੋ ਇਕੁਈਪੋਟੈਂਸ਼ੀਅਲ ਸਰਫੇਸ ਇੱਕ ਦੂਜੇ ਨੂੰ ਕਦੇ ਵੀ ਕੱਟ ਨਹੀਂ ਕਰਨਗੇ। ਥੈਂਕ ਯੂ।